ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਿੱਚ ਬਾਈਬਲ ਅਧਿਐਨ ਕਰਨ ਦਾ ਸਾਡੇ ਵਿੱਚ ਪਰਮੇਸ਼ਰ ਨੇ ਮੌਕਾ ਦਿੱਤਾ ਹੈ। ਇਸ ਬਾਈਬਲ ਅਧਿਐਨ ਨੂੰ ਅਸੀਂ ਜੋ ਕਰਨ ਜਾ ਰਹੇ ਹਾਂ, ਇਸ ਨੂੰ ਪ੍ਰਾਰਥਨਾ ਸਹਿਤ ਪ੍ਰਭੂ ਦੇ ਹੱਥਾਂ ਵਿੱਚ ਸੌਂਪਾਂਗੇ, ਜਿਸ ਦੇ ਨਾਲ ਪ੍ਰਭੂ ਦੀ ਮਹਿਮਾ ਅਤੇ ਵਡਿਆਈ ਸਾਡੇ ਵਿੱਚ ਅਧਿਕਾਈ ਦੇ ਨਾਲ ਹੋ ਸਕੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀ ਭਲਾਈ ਸਾਡੇ ਜੀਵਨ ਦੇ ਵਿੱਚ ਪ੍ਰਗਟ ਕਰਦਾ ਹੈ। ਪਰਮੇਸ਼ਰ, ਅੱਜ ਜਦੋਂ ਅਸੀਂ ਅੱਜ ਦੇ ਇਸ ਦੁੱਖ ਅਤੇ ਮਹਾਂਮਾਰੀ ਦੇ ਸਮੇਂ ਵਿੱਚ ਜੀ ਰਹੇ ਹਾਂ, ਜਿੱਥੇ ਬਹੁਤ ਸਾਰੇ ਲੋਕ ਇਸ ਦੁਨੀਆ ਦੇ ਵਿੱਚੋਂ ਚਲਾਣਾ ਕਰ ਰਹੇ ਆ ਅਤੇ ਬਹੁਤ ਸਾਰੇ ਲੋਕ ਦੁੱਖਾਂ ਦੇ ਵਿੱਚੋਂ ਹੋ ਕੇ ਗੁਜ਼ਰ ਰਹੇ ਆ, ਉਹਨਾਂ ਦੇ ਪ੍ਰਤੀ ਜਦੋਂ ਅਸੀਂ ਤੇਰੇ ਵਚਨ ਦੇ ਵਿੱਚੋਂ ਹੌਸਲੇ ਦੀ ਗੱਲ ਪੜ੍ਹਦੇ ਹਾਂ ਤਾਂ ਸਾਨੂੰ ਪਰਮੇਸ਼ਰ ਤਾਂ ਉਸ ਵਿੱਚ ਤੇਰੀ ਜਿਉਂਦੀ ਆਸ ਦਾ ਵਾਅਦਾ ਮਿਲਦਾ ਹੈ। ਉਸ ਦੇ ਲਈ ਅਸੀਂ ਜਦੋਂ ਤੇਰੇ ਵਚਨ ਨੂੰ ਪੜ੍ਹਦੇ ਹਾਂ ਤਾਂ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਦੋਨਾਂ ਨੂੰ ਆਪਣੀ ਤੌਫੀਕ ਦੇ ਕੇ ਆਪਣੇ ਰਾਜ ਵਿੱਚ ਇਸਤੇਮਾਲ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਸ ਵਚਨ ਨੂੰ ਅਤੇ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਸਮੇਂ ਦੇ ਵਿੱਚ ਅਸੀਂ ਅਜਿਹੇ ਮਾਹੌਲ ਦੇ ਵਿੱਚ ਜਾ ਰਹੇ ਹਾਂ ਜਿਸ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਪੀੜਾ ਦੇ ਵਿੱਚ ਹੈ। ਇਹ ਮਹਾਂਮਾਰੀ ਦਾ ਸਮਾਂ ਵੀ ਹੈ ਅਤੇ ਇਸ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਬਿਮਾਰੀਆਂ ਉੱਠ ਖੜੀਆਂ ਅਤੇ ਬਹੁਤ ਸਾਰੀਆਂ ਮੁਸੀਬਤਾਂ ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਦੇ ਵਿੱਚ ਆ ਪਹੁੰਚੀਆਂ। ਪਰ ਵਿਸ਼ਵਾਸੀ ਜਦੋਂ ਇਹਨਾਂ ਦੁੱਖਾਂ ਤੇ ਮੁਸੀਬਤਾਂ ਦੇ ਵਿੱਚ ਹੁੰਦੇ ਆ ਤਾਂ ਪਰਮੇਸ਼ਰ ਸਾਨੂੰ ਆਪਣੇ ਵਚਨ ਦੇ ਰਾਹੀਂ ਜਿਉਣ ਦਾ ਹੌਸਲਾ ਅਤੇ ਜਿਉਂਦੀ ਆਸ ਦਾ ਵਾਅਦਾ ਸਾਡੇ ਜੀਵਨ ਵਿੱਚ ਦਿੰਦਾ ਹੈ। ਕੁਝ ਅਜਿਹੀ ਹੀ ਗੱਲ ਜੋ ਮੈਂ ਵਚਨ ਦੇ ਵਿੱਚੋਂ ਵੇਖੀ ਹੈ, ਮੈਂ ਆਪ ਨੂੰ ਉਸ ਨੂੰ ਦੱਸਣਾ ਚਾਹੁੰਦਾ ਹਾਂ। ਔਰ ਉਹ ਇਹ ਹੈ ਕਿ ਦੁੱਖਾਂ ਵਿੱਚ ਪ੍ਰਭੂ ਦੀ ਵਡਿਆਈ ਕਰਨ ਦਾ ਫਲ ਕੀ ਹੈ ਅਤੇ ਦੁੱਖਾਂ ਵਿੱਚ ਪ੍ਰਭੂ ਦੀ ਵਡਿਆਈ ਕਰਨ ਦਾ ਸਾਡੇ ਜੀਵਨ ਦੇ ਵਿੱਚ ਫਲ। ਮੈਂ ਇਸ ਖੰਡ ਨੂੰ ਜੋ ਇਸ ਵਿਸ਼ੇ ਦੇ ਨਾਲ ਹੈ ਉਹ ਰਸੂਲਾਂ ਦੇ ਕਰਤੱਵ 16 ਅਧਿਆਇ ਉਸ ਦੀ 25 ਅਤੇ 26 ਆਇਤ ਦੇ ਵਿੱਚੋਂ ਲਿਆ ਹੈ। ਪਹਿਲਾਂ ਮੈਂ ਉਸ ਨੂੰ ਪੜਾਂਗਾ, ਫਿਰ ਮੈਂ ਜ਼ਬੂਰ 34 ਉਸ ਦਾ 1 ਤੋਂ 4 ਪੜਾਂਗਾ। ਇੱਥੇ ਲਿਖਿਆ ਹੋਇਆ ਹੈ, ਪਰ ਅੱਧੀ ਕੁ ਰਾਤ ਨੂੰ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ ਤਾਂ ਅਚਾਨਕ ਇੱਕ ਐਡਾ ਭੁਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਔਰ ਝੱਟ ਸਾਰੇ ਬੂਹੇ ਖੁੱਲ ਗਏ ਅਤੇ ਉਹਨਾਂ ਦੀਆਂ ਬੇੜੀਆਂ ਖੁੱਲ ਗਈਆਂ। ਇਸ ਦੇ ਨਾਲ ਮੈਂ ਆਪ ਦੇ ਲਈ ਜ਼ਬੂਰ 34 ਆਪ ਦੇ ਲਈ ਪੜ੍ਹਨ ਜਾ ਰਿਹਾ। ਜ਼ਬੂਰ 34 ਉਸ ਦਾ 1 ਤੋਂ ਲੈ ਕੇ 4 ਆਇਤਾਂ ਤੱਕ ਦਾ ਵਚਨ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਲਿਖਿਆ ਹੈ, ਮੈਂ ਹਰ ਵੇਲੇ ਯਹੋਵਾ ਨੂੰ ਮੁਬਾਰਕ ਆਖਾਂਗਾ, ਉਹਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੈ। ਮੇਰੀ ਜਾਨ ਯਹੋਵਾ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਮਸ਼ਕੀਨ ਸੁਣ ਕੇ ਆਨੰਦ ਹੋਣਗੇ। ਮੇਰੇ ਨਾਲ ਰਲ ਕੇ ਯਹੋਵਾ ਦੀ ਵਡਿਆਈ ਕਰੋ, ਰਲ ਕੇ ਅਸੀਂ ਉਹਦੇ ਨਾਮ ਨੂੰ ਸਲਾਈਏ। ਮੈਂ ਯਹੋਵਾ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ ਅਤੇ ਮੇਰਿਆਂ ਸਭਨਾ ਭੈ ਜਲਾਂ ਤੋਂ ਮੈਨੂੰ ਛੁਡਾਇਆ। ਦੋਨੇ ਖੰਡ ਰਲਦੇ ਮਿਲਦੇ ਖੰਡ ਨੇ। ਇਸ ਵਿੱਚ ਜਦੋਂ ਮੈਂ ਰਸੂਲਾਂ ਦੇ ਕਰਤੱਵ ਪੜ੍ਹ ਰਿਹਾ ਸੀ ਤਾਂ ਮੈਨੂੰ ਇਸ ਵਿੱਚ ਅੱਜ ਦਾ ਮਾਹੌਲ ਜਿਹੜਾ ਹੈ ਉਹ ਇੱਕ ਵਿਸ਼ਵਾਸ ਨੂੰ ਵਧਾਉਣ ਦਾ ਅਤੇ ਇੱਕ ਪ੍ਰਭੂ ਦੇ ਨੇੜੇ ਜਾਣ ਦਾ ਇਸ ਦੇ ਵਿੱਚ ਵਿਸ਼ਾ ਅਤੇ ਵੱਲ ਮਿਲਦਾ ਹੈ। ਅਸੀਂ ਕੀ ਦੇਖ ਰਹੇ ਹਾਂ ਇਸ ਖੰਡ ਦੇ ਵਿੱਚ ਕਿ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰ ਰਹੇ ਆ। ਕਿਹੜੀ ਪੋਜੀਸ਼ਨ ਦੇ ਵਿੱਚ, ਕਿਹੜੀ ਪਰਿਸਥਿਤੀ ਦੇ ਵਿੱਚ?
ਦੁੱਖਾਂ ਦੀ ਮੁਸੀਬਤ ਦੇ ਵਿੱਚ, ਦੁੱਖਾਂ ਦੀ ਪਰਿਸਥਿਤੀ ਦੇ ਵਿੱਚ। ਕਾਰਨ ਕੀ ਸੀ? ਉਹ ਜਦੋਂ ਫਿਲਿੱਪੇ ਦੇ ਆਪਣਾ ਜਗ੍ਹਾ ਤੋਂ ਨਿਕਲੇ ਅਤੇ ਉਹਨਾਂ ਨੇ ਦੇਖਿਆ ਕਿ ਇੱਕ ਜਗ੍ਹਾ ਦੇ ਉੱਤੇ ਜਾ ਰਹੇ ਸੀ ਤਾਂ ਇੱਕ ਔਰਤ ਜਿਹੜੀ ਸੀ ਉਹਨਾਂ ਦੇ ਮਗਰ ਆਣ ਕੇ ਉਹਨਾਂ ਨੂੰ ਕਹਿੰਦੀ ਸੀ, ਅਤ ਮਹਾਪਰਮੇਸ਼ਰ ਦੇ ਦਾਸ ਹਨ, ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ। ਉਹਨਾਂ ਦੇ ਮਗਰ ਬਾਰ-ਬਾਰ ਕਹਿੰਦੀ ਸੀ ਤਾਂ ਪੌਲਸ ਨੇ ਵੇਖਿਆ ਨਹੀਂ ਹਟਦੀ, ਉਸ ਨੇ ਉਹਨੂੰ ਝਿੜਕ ਦਿੱਤਾ ਅਤੇ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ। ਪਰ ਜਿਹੜੇ ਲੋਕ ਉਸ ਦੇ ਨਾਲ ਚੱਲਦੇ ਸੀ, ਜਿਨ੍ਹਾਂ ਦਾ ਇਹ ਧੰਦਾ ਸੀ, ਉਹਨਾਂ ਨੇ ਪੌਲਸ ਅਤੇ ਸਿਲਾਸ ਦੇ ਉੱਤੇ ਗਲਤ ਇਲਜ਼ਾਮ ਲਾ ਕੇ ਉਹਨਾਂ ਨੂੰ ਰੋਮੀ ਸਰਕਾਰ ਦੇ ਹੱਥੋਂ ਫੜਾ ਕੇ ਬੈਂਤ ਲਵਾਏ। ਬੈਂਤ ਲਵਾ ਕੇ ਉਹਨਾਂ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ ਔਰ ਕੈਦਖਾਨੇ ਦੇ ਵਿੱਚ ਵੀ ਅਜਿਹਾ ਉਹਨਾਂ ਨੂੰ ਪਾਇਆ ਗਿਆ ਜਿਵੇਂ ਉਹਨਾਂ ਦੇ ਇਸ ਤਰ੍ਹਾਂ ਹੱਥ ਸੀ, ਇਸ ਤਰ੍ਹਾਂ ਇਹਨਾਂ ਦੇ ਉੱਤੇ ਕਾਠ ਦੇ ਨਾਲ ਗੱਡ ਦਿੱਤਾ ਗਿਆ ਔਰ ਇਸ ਤਰ੍ਹਾਂ ਉਹਨਾਂ ਦੀਆਂ ਲੰਬੀਆਂ ਕਰਕੇ ਲੱਤਾਂ ਪਾ ਕੇ ਉਹਨਾਂ ਦੇ ਉੱਤੇ ਵੀ ਕਾਠ ਲਾ ਦਿੱਤਾ ਗਿਆ। ਉਹਨਾਂ ਦੋਹਾਂ ਦੇ ਹੱਥ ਅਤੇ ਪੈਰ ਲੱਕੜੀ ਦੇ ਨਾਲ ਬੰਨੇ ਹੋਏ ਸਨ, ਮਤਲਬ ਕਿ ਉਸ ਦੇ ਨਾਲ ਗੱਡੇ ਹੋਏ ਸਨ, ਉਹ ਹਿੱਲ ਨਹੀਂ ਸੀ ਸਕਦੇ। ਪਰ ਫਿਰ ਵੀ ਉਹ ਕੀ ਕਰ ਰਹੇ ਆ? ਪਰਮੇਸ਼ਰ ਦੀ ਵਡਿਆਈ। ਇਹ ਪਰਮੇਸ਼ਰ ਦੀ ਵਡਿਆਈ ਦੁੱਖ ਅਤੇ ਕਸ਼ਟ ਦੇ ਵਿੱਚ ਕਰਨਾ ਬੜਾ ਔਖਾ ਹੈ, ਇਹ ਆਸਾਨ ਨਹੀਂ ਹੈ। ਜੇ ਕੋਈ ਦੁੱਖ ਦੇ ਵਿੱਚ, ਮੁਸੀਬਤ ਦੇ ਵਿੱਚ ਅਗਰ ਸੱਚਾਈ ਦੇ ਵਿੱਚ ਚੱਲਦਾ ਹੈ, ਜੇਲ੍ਹ ਦੇ ਵਿੱਚ ਚਲਾ ਜਾਂਦਾ ਹੈ, ਤਾਂ ਉਸ ਨੂੰ ਉਸ ਜਗ੍ਹਾ ਦੇ ਉੱਤੇ ਇਹ ਹੁੰਦਾ ਹੈ ਕਿ ਮੈਨੂੰ ਕੋਈ ਨਾ ਕੋਈ ਆ ਕੇ ਬਚਾਵੇ। ਮੈਂ ਕਿਸੇ ਉਹਦੇ ਨਾਲ ਸਿਫਾਰਿਸ਼ ਕਰਾਂ, ਕਦੇ ਉਸੇ ਨਾਲ ਸਿਫਾਰਿਸ਼ ਕਰਾਂ, ਕਦੇ ਉਹਦੇ ਨਾਲ ਸਿਫਾਰਿਸ਼ ਕਰਾਂ। ਮੈਨੂੰ ਯਾਦ ਹੈ ਕਿ ਮੈਂ ਜਦੋਂ ਸੇਵਾ ਦੇ ਵਿੱਚ ਪਹਿਲਾਂ ਆਪਣੇ ਅਸੈਂਬਲੀ ਦੇ ਵਿੱਚ ਸੀ, ਜਦੋਂ ਮੈਂ ਪ੍ਰਚਾਰ ਕਰ ਰਿਹਾ ਸੀ ਆਪਣੇ ਪਿੰਡਾਂ ਹੱਲ, ਤਦ ਮੈਨੂੰ ਕੁਝ, ਜਦੋਂ ਮੈਂ ਮੰਦਰ ਦੇ ਪਿੱਛੇ ਸਾਂ ਤਾਂ ਮੈਨੂੰ ਕੁਝ ਹਿੰਦੂ ਤੱਤਵ ਦੇ ਲੋਕਾਂ ਨੇ ਫੜ ਕੇ ਮੈਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਸੀ। ਇਹ ਅਨੁਭਵ ਉਸ ਸਮੇਂ ਮੇਰੇ ਨਾਲ ਵਾਪਰਿਆ ਔਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਉੱਥੇ ਕੋਈ ਜਾਣਦਾ ਨਹੀਂ, ਕੋਈ ਪਛਾਣਦਾ ਨਹੀਂ, ਮੈਨੂੰ ਇੱਥੋਂ ਹੁਣ ਛਡਾਵੇ ਕੌਣ? ਪਰ ਉੱਥੇ ਪਰਮੇਸ਼ਰ ਨੇ ਆਪ ਛੁਡਾਉਣ ਦਾ ਇੰਤਜ਼ਾਮ ਕੀਤਾ, ਜਿਵੇਂ ਪੌਲਸ ਅਤੇ ਸਿਲਾਸ ਦਾ ਕੀਤਾ। ਇੱਥੇ ਅਸੀਂ ਦੇਖਦੇ ਹਾਂ ਕਿ ਪੌਲਸ ਅਤੇ ਸਿਲਾਸ ਨੂੰ ਬਹੁਤ ਜ਼ਿਆਦਾ ਦੁੱਖ ਸੀ, ਪਰ ਇਸ ਦੁੱਖ ਦੇ ਵਿੱਚ ਉਹਨਾਂ ਕੋਲ ਇੱਕ ਪ੍ਰਭੂ ਯਿਸੂ ਮਸੀਹ ਦਾ ਪਹਾੜੀ ਉਪਦੇਸ਼ ਦਾ ਕਿਹਾ ਹੋਇਆ ਵਚਨ ਸੀ, ਜਿਹੜਾ ਕਿ ਉਹਨਾਂ ਨੂੰ ਉਸ ਕੈਦਖਾਨੇ ਦੇ ਵਿੱਚ ਤਸੱਲੀ ਦੇ ਰਿਹਾ ਸੀ। ਅੱਜ ਭਾਵੇਂ ਸਾਡਾ ਕੋਈ ਭਰਾ ਬਿਮਾਰ ਹੈ, ਉਹਨੂੰ ਕੋਈ ਖੌਫ ਨਹੀਂ ਹੈ, ਉਹਨੂੰ ਕੋਈ ਆਪਣਾ ਕਸ਼ਟ ਨਹੀਂ। ਕਈ ਲੋਕ ਆਕਸੀਜਨ ਦੀ ਕਮੀ ਦੇ ਵਿੱਚ ਆਪਣਾ ਗੁਜ਼ਰ ਰਹੇ ਆ, ਕਈ ਲੋਕ ਹਾਰਟ ਅਟੈਕ ਦੇ ਵਿੱਚ ਮਰ ਰਹੇ ਆ, ਕਈ ਲੋਕ ਸ਼ੂਗਰ ਘਟਣ ਅਤੇ ਵਧਣ ਦੇ ਵਿੱਚ ਆਪਣਾ ਨਾਸ਼ ਹੋ ਰਿਹਾ, ਦੁੱਖਾਂ ਤੇ ਤਕਲੀਫਾਂ ਦੇ ਵਿੱਚ ਜਾ ਰਹੇ ਆ। ਉਹਨਾਂ ਵਿਸ਼ਵਾਸੀਆਂ ਨੂੰ ਇਹ ਵਚਨ ਤਸੱਲੀ ਦਿੰਦਾ ਹੈ। ਕੀ ਕਹਿੰਦਾ ਹੈ? ਜਦੋਂ ਮੈਂ ਇਸ ਵਚਨ ਨੂੰ 10 ਅਤੇ 12 ਆਇਤ ਦੇ ਵਿੱਚ 10 ਤੋਂ 12 ਤੱਕ ਪੜ੍ਹਦਾ, ਕਹਿੰਦਾ, ਧੰਨ ਉਹ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਗਏ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨ ਜਾਂ ਸਤਾਉਣ ਅਤੇ ਹਰੇਕ ਬੁਰੀ ਅਤੇ ਝੂਠੀ ਗੱਲ ਤੁਹਾਡੇ ਉੱਤੇ ਲਾਉਣਗੇ। ਆਨੰਦ ਅਤੇ ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਸਵਰਗ ਵਿੱਚ ਬਹੁਤਾ ਫਲ ਹੈ। ਇਸ ਲਈ ਜੋ ਉਹਨਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ। ਮਸੀਹੀ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਦੁੱਖ ਅਤੇ ਸਤਾਅ ਉਸ ਦੇ ਜੀਵਨ ਦਾ ਇੱਕ ਅੰਗ ਹੈ। ਉਸ ਨੂੰ ਉਸ ਤੋਂ ਡਰਨਾ ਨਹੀਂ ਚਾਹੀਦਾ, ਉਸ ਨੂੰ ਉਸ ਤੋਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਉਸ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਹੈ। ਜਦੋਂ ਉਹ ਉਸ ਦੀ ਮਹਿਮਾ ਕਰਦਾ, ਉਸ ਦੀ ਵਡਿਆਈ ਕਰਦਾ ਹੈ, ਤਾਂ ਉਸ ਦੇ ਜੀਵਨ 'ਚ ਫਲ ਆਉਂਦਾ ਹੈ।
और वो फल जिहड़ा है उसकी जिउंदी आस है, वो फल जिहड़ा है उसके लिए आशीष है, वो फल जिहड़ा है उसके जीवन दे विच परमेश्वर पुत्र प्रभु यीशु मसीह के प्रति एक गवाही है। और इत्थे मैं ही गल देखदा, पहली गल जदों मैं इहदे विच देखदा हाँ, जदों पौलुस अते सिलास नूं पढ़िया गया सी तां ओह प्रार्थना कर रहे सी। ओह की कर रहे सी? एक मसीही दा आनंद जिहड़ा है ओह अंदरों आंदा है, ये बाहरी हालातां तो निर्भर नहीं रहिंदा। सताव अते मदद सच्ची शांति अते आनंद नूं नाश नहीं कर सकदी। ਜਿਹੜੇ विश्वासी इस समय कष्टां ते दुखां दे विच जा रहे हैं, मैं समझदा क्योंकि बाइबल दे विच लिखिया है ਜਿਹੜਾ मौत ताईं वफादार रहेगा, प्रकाश की पोथी च लिखिया है, वो जीवन का मुकुट प्राप्त करेगा। ਇਹਦਾ मतलब उन्हां दे लई जीवन का फल है। जदों इस दुख तो परमोट होके उपर जा रहे आ तां उन्हां दे लई ਉਹ परमेश्वर की सदा की जिंदगी का प्रतिफल उन्हां दे जीवन च आ गया। सानू इत्थे निराश होने की जरूरत नहीं। पौलुस ते सिलास इस दुख की परिस्थिति दे विच भजन अते गीत अते वचन गा रहे, और लिखिया कैदी उन्हां दी सुन रहे हैं। देखो कितनी वड्डी गल है। उन्हां दे सताव दे विच उस जेल दे कैदियां ने प्रभु दा वचन सुन लिया अते उन्हां विचों कई जिंदगियां बच गईयां। और सब तो वड्डी गल है, एक सूबेदार दा पूरा परिवार उन्हां दे इस जीवन दे राही बच गया, क्योंकि प्रभु ने ये दुख जो उन्हां दे जीवन दे विच आया, उन्हां दे राही कई लोकां नूं बचाउणा है। जे साडे जीवन दे विच दुख आ रहा है तां प्रभु साडे जीवन दे राही किसे नूं बचाउणा चाहता, या इस दुख दे विच सानू अपने प्रतिफल दे कोल लैके जा रहा, वो प्रतिफल जिहड़ा कदे खत्म होने वाला नहीं है। ये बड़ी खुशी की गल है, ये आनंद की। जदों दुख साडे जीवन च आउण तां इस नूं दुख दा कारण ना समझो, इनू आनंद दा कारण समझो, क्योंकि बाइबल दे विच इहो तां असीं पढ़िया, इहो तां असीं सिੱਖਿਆ है। जदों मैं याकूब की पुस्तक उसका एक अध्याय उसकी 2 ਤੋਂ 4 आयतां पढ़दा हाँ तां उस विच ये गल मैनूं मिलदी है। याकूब की पुस्तक 1 अध्याय उसकी 2 ਤੋਂ 4 आयतां मैं आप दे लई पढ़ रहा हाँ। कहंदा, हे मेरे भरावो, जां तुसीं भांत भांत दे परताविਆਂ विच पवो तां ਇਹ पूर्ण आनंद की गल समझो जानो, क्यों जो तुसी जानते हो भाई तुहाडी नेचा दी ਪ੍ਰੀਖਿਆ ਧੀਰਜ ਬਣਾਉਂਦੀ है ਅਤੇ ਧੀਰਜ ਦੇ ਕੰਮ ਨੂੰ ਪੂਰਿਆ ਹੋ ਲੈਣ ਦਿਓ। ਭਾਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਕਿੰਨੀ ਵੱਡੀ ਗੱਲ ਇੱਥੇ ਯਾਕੂਬ ਸਾਡੇ ਵਿਸ਼ਵਾਸੀ ਜੀਵਨ ਦੇ ਵਿੱਚ ਕਹਿੰਦਾ, ਜਦੋਂ ਸਾਡੇ ਵਿੱਚ ਦੁੱਖ ਅਤੇ ਮੁਸੀਬਤਾਂ ਤੇ ਪਰੇਸ਼ਾਨੀਆਂ ਆਉਣ ਤਾਂ ਤੁਸੀਂ ਇਹ ਆਨੰਦ ਦੀ ਗੱਲ ਸਮਝੋ। ਇੱਥੇ ਤੁਸੀਂ ਆਪਣੇ ਆਪ ਦੇ ਵਿੱਚ ਨਿਰਾਸ਼ ਨਾ ਹੋਵੋ, ਆਪਣੇ ਆਪ ਦੇ ਵਿੱਚ ਕਦੇ ਵੀ ਪਰੇਸ਼ਾਨੀ ਦੇ ਵਿੱਚ ਨਾ ਜਾਓ। ਮੈਨੂੰ ਕਈ ਲੋਕਾਂ ਨੇ ਆਪਣਾ ਕਿਹਾ, ਮੈਂ ਪਿਛਲੇ ਦਿਨਾਂ ਤੋਂ ਜਦੋਂ ਤੋਂ ਮੈਂ ਆਪਣਾ ਸੇਵਾ ਦੇ ਵਿੱਚ ਇਸ ਖੇਤਰ ਦੇ ਵਿੱਚ ਆਇਆ, ਬਹੁਤ ਸਾਰੀਆਂ ਮੁਸੀਬਤਾਂ ਅਤੇ ਦੁੱਖ ਅਤੇ ਕਸ਼ਟ ਮੇਰੇ ਜੀਵਨ ਵਿੱਚ ਆਏ, ਅਤੇ ਕਈ ਲੋਕਾਂ ਨੇ ਜਿਨ੍ਹਾਂ ਨੇ ਮੇਰੇ ਜੀਵਨ ਦੇ ਵਿੱਚ ਮੈਨੂੰ ਇਹਨਾਂ ਬਿਮਾਰੀਆਂ 'ਚ ਵੇਖਿਆ, ਉਹਨਾਂ ਨੇ ਕਿਹਾ, ਭਾਈ ਤੁਸੀਂ ਸੇਵਾ ਕਰਦੇ ਆ, ਤੁਹਾਡੇ ਉੱਤੇ ਇੰਨੇ ਕਸ਼ਟ ਅਤੇ ਦੁੱਖ ਕਿਉਂ ਆ ਰਹੇ ਆ? ਮੈਂ ਕਿਹਾ, ਦੇਖੋ, ਇੱਕ ਵਿਸ਼ਵਾਸੀ ਦੇ ਜੀਵਨ 'ਚ ਜਦ ਤੱਕ ਦੁੱਖ ਅਤੇ ਕਸ਼ਟ ਨਹੀਂ ਆਉਂਦੇ ਆ, ਜਦ ਤੱਕ ਮੁਸੀਬਤ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਜੁਝਾਰੂ ਸੰਕਟ ਨਹੀਂ ਆਉਂਦੇ ਆ, ਉਦੋਂ ਤੱਕ ਉਹ ਮਸੀਹ ਦੇ ਪ੍ਰੇਮ ਨੂੰ ਅਤੇ ਮਸੀਹ ਦੀ ਯੋਜਨਾ ਨੂੰ ਅਤੇ ਮਸੀਹ ਦੇ ਪ੍ਰਤੀਫਲ ਨੂੰ ਕਦੇ ਵੇਖ ਨਹੀਂ ਸਕਦੇ। ਮੈਂ ਵੇਖ ਸਕਦਾ ਮੇਰੇ ਲਈ ਅੱਗੇ ਕੀ ਪ੍ਰਤੀਫਲ ਹੈ ਅਤੇ ਉਹਨਾਂ ਦੁੱਖਾਂ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਕੀ ਦਿੱਤਾ ਹੈ, ਉਹਨਾਂ ਦੁੱਖਾਂ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਕਿਹੜੀਆਂ ਗੱਲਾਂ ਦੇ ਨਾਲ ਮੈਨੂੰ ਉੱਚਾ ਕੀਤਾ ਹੈ, ਮੈਂ ਗਵਾਹੀ ਦੇ ਵਿੱਚ ਦੱਸ ਸਕਦਾ।
ਨਿਰਾਸ਼ ਹੋਣ ਦੀ ਗੱਲ ਨਹੀਂ। ਪੌਲਸ ਤੇ ਸਿਲਾਸ ਦੇ ਜੀਵਨ ਦੇ ਵਿੱਚ ਇਹ ਗੱਲਾਂ ਆਈਆਂ ਤਾਂ ਪੌਲਸ ਨੇ ਇਸ ਨੂੰ ਆਨੰਦ ਦੀ ਗੱਲ ਸਮਝਿਆ, ਖੁਸ਼ੀ ਦੀ ਗੱਲ ਸਮਝਿਆ, ਅਤੇ ਇਸ ਖੁਸ਼ੀ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਭੂ ਦੇ ਵਿੱਚ ਉਹਦੇ ਕੋਲ ਆਏ ਅਤੇ ਉਹਨਾਂ ਦੇ ਜੀਵਨ ਬਚ ਗਏ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਆਪਣੇ ਆਪ ਦੇ ਰੂਪ ਦੇ ਵਿੱਚ ਪ੍ਰਗਟ ਹੋਈ। ਔਰ ਦੂਸਰੀ ਗੱਲ ਅਸੀਂ ਇਹਦੇ ਵਿੱਚ ਦੇਖਦੇ ਹਾਂ, ਮਸੀਹ ਦੇ ਦੁਸ਼ਮਣ ਉਸ ਦੇ ਸੱਚੇ ਚੇਲਿਆਂ ਦੀ ਪਰਮੇਸ਼ਰ ਵਿੱਚ ਨੇਚਾ ਅਤੇ ਪਿਆਰ ਨੂੰ ਨਾਸ਼ ਨਹੀਂ ਕਰ ਸਕਦੇ। ਜੇ ਮੇਰੇ ਵਿੱਚ ਦੁੱਖ ਅਤੇ ਮੁਸੀਬਤ ਆਈ ਹੈ, ਅਗਰ ਮੈਂ ਮਰਨਾਊ ਹੋ ਰਿਹਾ ਹਾਂ ਅਤੇ ਮੈਂ ਡਿੱਗ ਰਿਹਾ, ਮੈਂ ਸਮਝਦਾ ਹਾਂ ਜਿਹੜਾ ਲਾਜ਼ਰ ਸੀ, ਜਿਹੜਾ ਭਿਖਾਰੀ ਸੀ ਔਰ ਜਿਹਦੇ ਜ਼ਖਮਾਂ ਨੂੰ ਕੁੱਤੇ ਵੀ ਚੱਟ ਜਾਂਦੇ ਸੀ, ਔਰ ਉਸਨੇ ਕਦੇ ਨਹੀਂ ਕਿਹਾ ਪਰਮੇਸ਼ਰ ਤਾਂ ਮੈਨੂੰ ਇੰਨਾ ਦੁੱਖ ਕਿਉਂ ਦਿੱਤਾ। ਪਰ ਮੈਂ ਸਮਝਦਾ ਉਹ ਆਨੰਦ ਵਿੱਚ ਸੀ ਔਰ ਉਹਨੂੰ ਉਸਦੇ ਵੈਰੀ ਸ਼ੈਤਾਨ ਵੀ ਉਸਦੇ ਜੀਵਨ ਨੂੰ ਖੋ ਨਹੀਂ ਸਕਿਆ। ਕਿਉਂ? ਉਹਦੇ ਲਈ ਵੀ ਮੈਂ ਆਪ ਦੇ ਅੱਗੇ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ। ਇਹ ਦੂਸਰੀ ਗੱਲ ਹੈ ਜਿਹੜੀ ਦੁੱਖਾਂ ਦੇ ਵਿੱਚ ਮੇਰੇ ਲਈ ਪਰਮੇਸ਼ਰ ਦੇ ਵਿੱਚ ਜਦੋਂ ਮੈਂ ਚੱਲਦਾ ਤਾਂ ਕਿਸ ਤਰ੍ਹਾਂ ਉਹ ਮੈਨੂੰ ਆਪਣੇ ਪ੍ਰਤੀਫਲ ਵਿੱਚ ਲੈ ਕੇ ਜਾਂਦਾ ਹੈ। ਮੈਂ ਰੋਮੀਆਂ ਦੀ ਪੁਸਤਕ ਉਸ ਦਾ 8 ਅਧਿਆਏ ਉਸ ਦੀ 35 ਤੋਂ 39 ਆਇਤ ਤੱਕ ਆਪ ਦੇ ਲਈ ਪੜ੍ਹ ਰਿਹਾ ਹਾਂ। ਰੋਮੀਆਂ ਦੀ ਪੁਸਤਕ ਉਸ ਦਾ 8 ਅਧਿਆਏ, ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ 35 ਤੋਂ ਲੈ ਕੇ ਮੈਂ ਆਪ ਦੇ ਲਈ 39, ਕਹਿੰਦਾ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਵਿਪਤਾ ਜਾਂ ਕਸ਼ਟ ਜਾਂ ਨੇਰ ਜਾਂ ਕਾਲ ਜਾਂ ਨੰਗ ਜਾਂ ਭੋਜਨ ਜਾਂ ਤਲਵਾਰ? ਜਿਵੇਂ ਲਿਖਿਆ ਹੋਇਆ, ਅਸੀਂ ਤੇਰੇ ਲਈ ਦਿਨ ਪਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਇਆ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚੋਂ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੋਈ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਅਵਸਥਾ, ਨਾ ਹੋਣ ਵਾਲੀਆਂ ਅਵਸਥਾ, ਨਾ ਸ਼ਕਤੀਆਂ, ਨਾ ਉਚਾਈਆਂ, ਨਾ ਡੂੰਘਾਈ, ਨਾ ਕੋਈ ਹੋਰ ਸ੍ਰੇਸ਼ਟ ਪਰਮੇਸ਼ਰ ਦੇ ਪ੍ਰੇਮ ਤੋਂ ਜਿਹੜੇ ਮਸੀਹ ਯਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਦੁੱਖਾਂ ਦੇ ਵਿੱਚ ਪਰਮੇਸ਼ਰ ਦਾ ਪ੍ਰਤੀਫਲ, ਕੋਈ ਵੀ ਦੁੱਖ ਮੈਨੂੰ ਪਰਮੇਸ਼ਰ ਦੇ ਪ੍ਰੇਮ ਅਤੇ ਸਵਰਗ ਦੇ ਅਨੰਤ ਜੀਵਨ ਦੇ ਫਲ ਤੋਂ ਅਲੱਗ ਨਹੀਂ ਕਰ ਸਕਦੀ। ਭਾਵੇਂ ਮੈਨੂੰ ਸਾਹ ਆਵੇ, ਭਾਵੇਂ ਨਾ ਆਵੇ, ਪਰ ਮੈਂ ਹੈ ਮਸੀਹ ਯਸੂ ਦੇ ਵਿੱਚ ਔਰ ਮਸੀਹ ਯਸੂ ਨੇ ਕਿਹਾ ਜਿੰਦਾ ਹਾਂ ਤਾਂ ਮੈਂ ਤੇਰੇ ਨਾਲ ਮੈਂ ਅਗਰ ਇਸ ਧਰਤੀ ਦੇ ਵਿੱਚ ਮਾਇਆ ਤਾਂ ਮੈਂ ਪ੍ਰਭੂ ਦੇ ਨਾਲ ਉਹਦੇ ਉਸ ਸਥਾਨ ਵਿੱਚ ਜਿੱਥੇ ਉਹ ਮੈਨੂੰ ਲੈ ਕੇ ਜਾਣਾ ਚਾਹੁੰਦਾ। ਪੌਲਸ ਸਿਲਾਸ ਜਦੋਂ ਜੇਲ੍ਹ ਦੇ ਵਿੱਚ ਸਨ ਤਾਂ ਉਹਨਾਂ ਨੂੰ ਇਹੋ ਗੱਲ ਸੀ ਕਿ ਦੁੱਖਾਂ ਵਿੱਚ ਪ੍ਰਭੂ ਦੀ ਵਡਿਆਈ ਕਰਨ ਦਾ ਫਲ ਸਾਡੇ ਕੋਲ ਹੈ। ਇਸ ਕਰਕੇ ਉਹ ਭਜਨ ਅਤੇ ਗੀਤ ਗਾ ਰਹੇ। ਜੇ ਸਾਨੂੰ ਦੁੱਖ ਹੋਵੇ, ਮੁਸੀਬਤ ਹੋਵੇ ਤਾਂ ਸਾਨੂੰ ਪ੍ਰਭੂ ਦੇ ਵਚਨ ਦੇ ਨੇੜੇ ਆਉਣਾ ਚਾਹੀਦਾ, ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਹਦੇ ਗੀਤ ਗਾਣੇ ਚਾਹੀਦੇ, ਜਿਹਦੇ ਨਾਲ ਮੈਨੂੰ ਬਲ ਮਿਲਦਾ। ਇੱਥੇ ਪੌਲਸ ਨੂੰ ਬਲ ਮਿਲਿਆ ਭਜਨ ਗੀਤ ਗਾ ਕੇ ਅਤੇ ਉਹਦੇ ਵਚਨ ਦੀ ਸੰਗਤ ਕਰਕੇ। ਤੀਸਰੀ ਗੱਲ ਅਸੀਂ ਇਸ ਵਿੱਚ ਵੇਖਦੇ ਹਾਂ, ਬਦਤਰ ਹਾਲਾਤ ਵੀ ਆਉਂਦੇ ਆ। ਪਹਿਲੀ ਗੱਲ ਅਸੀਂ ਦੇਖਦੇ ਹਾਂ ਮਸੀਹੀ ਦੁੱਖਾਂ ਦੇ ਵਿੱਚ ਸਾਡੇ ਅੰਦਰੋਂ ਆਨੰਦ ਆਉਂਦਾ ਹੈ। ਦੂਸਰੀ ਗੱਲ ਅਸੀਂ ਦੇਖਦੇ ਹਾਂ ਕਿ ਸਾਡੇ ਦੁਸ਼ਮਣ ਵੀ ਸਾਨੂੰ ਪਰਮੇਸ਼ਰ ਦੇ ਉਸ ਪ੍ਰਤੀਫਲ ਤੋਂ ਕਦੇ ਅੱਡ ਨਹੀਂ ਕਰ ਸਕਦੇ, ਸਾਨੂੰ ਦੂਰ ਨਹੀਂ ਕਰ ਸਕਦੇ। ਤੀਸਰੀ ਗੱਲ ਦੇਖਦੇ ਹਾਂ, ਜਦੋਂ ਬਦਤਰ ਹਾਲਾਤਾਂ ਵਿੱਚ ਵੀ ਪਰਮੇਸ਼ਰ ਉਸ ਦੀ ਇੱਛਾ ਨੂੰ ਪੂਰਾ ਕਰਨ ਅਤੇ ਆਪਣੇ ਕੰਮਾਂ ਨੂੰ ਅੱਗੇ ਵਧਾਉਣ ਲਈ ਦੁੱਖਾਂ ਨੂੰ ਸਹਿਣ ਵਾਸਤੇ ਕਿਰਪਾ ਅਤੇ ਤਾਕਤ ਦਾ ਪ੍ਰਬੰਧ ਕਰਦਾ ਹੈ। ਕਿਰਪਾ ਅਤੇ ਤਾਕਤ ਦਾ ਪ੍ਰਬੰਧ ਕਰਦਾ ਹੈ। ਇਹ ਬਹੁਤ ਵੱਡੀ ਗੱਲ ਹੈ। ਪੌਲਸ ਨੂੰ ਫੜਿਆ ਗਿਆ, ਮਾਰਿਆ ਗਿਆ। ਜਦੋਂ ਪ੍ਰਚਾਰ ਕਰ ਰਿਹਾ ਸੀ ਉਹਦੇ ਬੈਰੀ, ਉਹਦੇ ਵਿਰੋਧੀ, ਉਹਨਾਂ ਨੇ ਪੱਥਰ ਮਾਰ ਕੇ ਉਹਨੂੰ ਸੁੱਟ ਦਿੱਤਾ
ਤਾਂ ਪਰਮੇਸ਼ਵਰ ਦੀ ਕਿਰਪਾ ਅਤੇ ਉਹਦੀ ਤਾਕਤ ਨੇ ਉਹਨੂੰ ਬਚਾਇਆ। ਇਸੇ ਕਰਕੇ ਪੌਲਸ ਫਿਲਿੱਪੀਆਂ ਦੇ ਵਿੱਚ ਜਿਹੜੀ ਆਨੰਦ ਦੀ ਗੱਲ ਉਸ ਜਗ੍ਹਾ ਦੇ ਵਿੱਚ ਕਰਦਾ, ਉੱਥੇ ਕਹਿੰਦਾ ਹੈ 4:13 ਜੀ, ਜਿਹੜਾ ਮੈਨੂੰ ਬਲ ਦਿੰਦਾ ਉਹਦੇ ਵਿੱਚ ਮੈਂ ਸਭੋ ਕੁਝ ਕਰ ਸਕਦਾ। ਮੈਂ ਆਪਣੇ ਆਪ ਦੇ ਵਿੱਚ ਕੁਝ ਨਹੀਂ ਕਰ ਸਕਦਾ, ਲੇਕਿਨ ਜਿਹੜਾ ਮੈਨੂੰ ਬਲ ਦਿੰਦਾ ਉਹਦੇ ਵਿੱਚ ਮੈਂ ਸਭੋ ਕੁਝ ਕਰ ਸਕਦਾ। ਇਹਦਾ ਮਤਲਬ ਦੁੱਖਾਂ ਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਅਤੇ ਉਸਤਤ ਕਰਨ ਦਾ ਫਲ ਇਹ ਹੈ ਕਿ ਮੈਨੂੰ ਪ੍ਰਭੂ ਕੋਲੋਂ ਉਹ ਚੋਖਾ ਜੀਵਨ ਮਿਲ ਰਿਹਾ ਜਿਹੜਾ ਨਾਸ਼ ਹੋਣ ਵਾਲਾ ਨਹੀਂ ਹੈ। ਔਰ ਇਸ ਤੋਂ ਅੱਗੇ ਮੈਂ ਚੌਥੀ ਗੱਲ ਇਹ ਦੇਖਦਾ ਮਸੀਹ ਦੇ ਚੇਲੇ ਇਸ ਤੱਥ ਵਿੱਚ ਤਸੱਲੀ ਲੈ ਸਕਦੇ ਹਨ ਅਤੇ ਪਰਮੇਸ਼ਰ ਦਾ ਆਤਮਾ ਉਹਨਾਂ ਉੱਤੇ ਠਹਿਰਦਾ ਜਿਹੜੇ ਮਸੀਹ ਨਾਲ ਦੁੱਖਾਂ ਦੇ ਸਾਂਝੀ ਹੁੰਦੇ ਹਨ। ਮਸੀਹ ਦਾ ਆਤਮਾ ਉਹਨਾਂ ਨਾਲ ਠਹਿਰਦਾ ਮਤਲਬ ਉਹਨਾਂ ਦੇ ਵਿੱਚ ਉਹਨਾਂ ਨੂੰ ਤਸੱਲੀ ਦਿੰਦਾ। ਕਿੱਦਾਂ ਦਿੰਦਾ ਹੈ? ਮੈਂ ਇੱਕ ਵਾਰੀ ਫਿਰ ਪੜ੍ਹ ਰਿਹਾ, ਪਹਿਲਾ ਪਤਰਸ 1:14, ਪਹਿਲਾ ਪਤਰਸ 4:14, 4:14। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ। ਜੇ ਦੁੱਖ ਅਤੇ ਮੁਸੀਬਤਾਂ ਆ ਰਹੀਆਂ ਤਾਂ ਪਰਮੇਸ਼ਵਰ ਦਾ ਆਤਮਾ ਮੈਨੂੰ ਤਸੱਲੀਆਂ ਦੇਣ ਲਈ ਮੇਰੇ ਨਾਲ ਹੁੰਦਾ ਹੈ। ਤਦੇ ਤਾਂ ਪੌਲਸ ਅਤੇ ਸਿਲਾਸ ਉੱਥੇ ਭਜਨ ਗਾ ਰਹੇ ਆ, ਕਿਉਂਕਿ ਉਹ ਉਹਨਾਂ ਕੋਲ ਸੀ, ਉਹਨਾਂ ਦੀ ਮਦਦ ਕਰ ਰਹੇ। ਦੇਖੋ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ, ਬੇੜੀਆਂ ਟੁੱਟ ਗਈਆਂ ਔਰ ਨੀਹਾਂ ਹਿੱਲ ਗਈਆਂ। ਤਿੰਨ ਗੱਲਾਂ ਹੈ, ਨੀਹਾਂ ਹਿੱਲ ਗਈਆਂ, ਦਰਵਾਜ਼ੇ ਖੁੱਲ ਗਏ, ਬੰਧਨ ਟੁੱਟ ਗਏ। ਜਦੋਂ ਅਸੀਂ ਪਰਮੇਸ਼ਵਰ ਦੀ ਬੰਦਗੀ ਕਰਦੇ ਹਾਂ ਦੁੱਖਾਂ ਦੇ ਵਿੱਚ, ਤਾਂ ਸਭ ਤੋਂ ਪਹਿਲਾ ਆਧਾਰ ਜਿਹੜਾ ਹੈ ਉਹ ਮੇਰਾ ਪ੍ਰਭੂ ਯਿਸੂ ਮਸੀਹ ਬਣ ਜਾਂਦਾ ਹੈ ਤੇ ਮੇਰੇ ਲਈ ਸਹਾਇਤਾ ਦਾ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਵਿੱਚ ਖੁੱਲ ਜਾਂਦਾ। ਜਿਹੜੇ ਦੁੱਖ ਅਤੇ ਮੁਸੀਬਤਾਂ ਦੀਆਂ ਬੇੜੀਆਂ ਉਹ ਪਰਮੇਸ਼ਵਰ ਤੋੜ ਸੁੱਟਦਾ, ਕਿਉਂਕਿ ਅਧਿਕਾਰ ਉਹਦੇ ਕੋਲ ਹੀ ਹੈ, ਉਹੀ ਕਰ ਸਕਦਾ ਹੈ। ਇਸ ਲਈ ਦੁੱਖਾਂ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਵਡਿਆਈ ਕਰੀਏ, ਉਸਤਤ ਕਰੀਏ, ਕਿਉਂਕਿ ਪਰਮੇਸ਼ਵਰ ਕੋਲ ਸਾਡੇ ਜੀਵਨ ਦੇ ਲਈ ਉਹਦੇ ਕੋਲ ਫਲ ਹੈ। ਔਰ ਇਹੋ ਨਹੀਂ, ਪੌਲਸ ਨੇ ਜਦੋਂ ਇਹ ਕੰਮ ਕੀਤਾ ਤਾਂ ਉਸ ਨੇ ਇੱਕ ਸੂਬੇਦਾਰ ਦਾ ਪਰਿਵਾਰ ਬਚਾਇਆ, ਅਤੇ ਸੂਬੇਦਾਰ ਦਾ ਪਰਿਵਾਰ ਨਹੀਂ, ਜਿਹੜੇ ਕੈਦੀ ਸੀ ਉਹਨਾਂ ਨੂੰ ਵੀ ਵਚਨ ਦੇ ਨਾਲ ਨਿਹਾਲ ਕਰ ਦਿੱਤਾ। ਸਾਡਾ ਜੀਵਨ ਮਸੀਹ ਦਾ ਚੁਣਿਆ ਹੋਇਆ ਜੀਵਨ ਹੈ, ਉਸਤਤ ਦਾ ਜੀਵਨ ਹੈ। ਇਸ ਲਈ ਅਸੀਂ ਆਪਣੇ ਜੀਵਨ ਦੇ ਰਾਹੀਂ ਦੁੱਖਾਂ ਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਕਰੀਏ ਤਾਂ ਪਰਮੇਸ਼ਵਰ ਦਾ ਫਲ ਮੇਰੇ ਜੀਵਨ ਦੇ ਵਿੱਚ ਜ਼ਰੂਰ ਆਵੇਗਾ ਔਰ ਇੱਕ ਮੇਰੇ ਜੀਵਨ ਦੀ ਇਹ ਗਵਾਹੀ ਬਣੇ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਤਸੱਲੀ ਦੇਵੇ। ਕੱਲ ਫੇਰ ਮੈਂ ਆਪ ਦੇ ਨਾਲ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਮਿਲਾਂਗਾ। ਤਦ ਤੱਕ ਮੈਂ ਆਪ ਤੋਂ ਵਿਦਾ ਹੁੰਦਾ ਹਾਂ। ਪ੍ਰਭੂ ਆਪ ਨੂੰ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।